दूजे राउंड ਦੇ ਵਿੱਚ ਕਿੰਨੇ ਰਾਉਂਡ ਚੱਲਣੇ ਇਹ 16 ਜੀ 16 ਕਿੰਨੇ ਰਾਉਂਡ ਹੋਏ 2 ਹੋਏ ਜੀ ਇਹਦੇ ਜੀ। ਸੋ ਦੂਜੇ ਰਾਊਂਡ ਦਾ ਰਿਜ਼ਲਟ ਵੀ ਸਾਡੇ ਤੱਕ ਪਹੁੰਚਿਆ, ਪਰ ਇਹ ਦੂਜੇ ਰਾਊਂਡ ਦਾ ਰਿਜ਼ਲਟ ਜਿਹੜਾ ਹੈ ਇਹ ਬੰਗਿਆਂ ਤੋਂ ਆ ਰਿਹਾ। ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦਿੰਦਾ, ਪਰ ਇਸ ਗੱਲ ਤੋਂ ਇੱਕ ਚੀਜ਼ ਜ਼ਰੂਰ ਕਲੀਅਰ ਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੈਂ ਤੁਹਾਨੂੰ ਦੂਜਾ ਰਾਊਂਡ ਦੱਸਣ ਜਾ ਰਿਹਾ ਉਸ ਤੋਂ ਇਹ ਗੱਲ ਥੋੜੀ ਸਪਸ਼ਟ ਹੋਏਗੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਬਹੁਤ ਅੱਛਾ ਟੀਮ ਵਰਕ ਕੀਤਾ। ਹਾਲਾਂਕਿ ਆਪ ਵੀ ਘਰ ਘਰ ਪਹੁੰਚੀ ਹੈ, ਆਪ ਨੇ ਸੋਸ਼ਲ ਮੀਡੀਆ ਦਾ ਬਹੁਤ ਅੱਛੀ ਤਰੀਕੇ ਵਰਤੋਂ ਕੀਤੀ ਹੈ, ਪਰ ਕਾਂਗਰਸ ਜਿਹੜੀ ਉਹਦਾ ਟੀਮ ਵਰਕ ਸਹੀ ਨਹੀਂ ਰਿਹਾ। ਹਾਲਾਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਸੀਗਾ, ਕੁਰਸੀ ਤੋਂ ਲਾਇਆ ਗਿਆ ਸੀ, ਉਦੋਂ ਲੱਗਿਆ ਸੀ ਕਿ ਕਾਂਗਰਸ ਨੇ ਆਪਣੀ ਨਵੀਂ ਸਰਕਾਰ ਬਣਾਤੀ ਔਰ ਲੋਕਾਂ ਦੇ ਮਸਲੇ ਹੱਲ ਹੋਣਗੇ, ਪਰ ਇਹ ਆਪਸੀ ਉਲਝਣ ਵਿੱਚ ਇਹੋ ਜਿਹੇ ਉਲਝੇ ਕਿ ਜਿਹੜਾ ਟੀਮ ਵਰਕ ਹੈ ਉਹ ਵਿਗੜਦਾ ਗਿਆ। ਹੁਣ ਮੈਂ ਤੁਹਾਨੂੰ ਰਾਊਂਡ 2 ਦੀ ਬੰਗਿਆਂ ਦੀ ਡਿਟੇਲ ਦੱਸਦਾ। ਇਸ ਵਿੱਚ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਨੂੰ 3059 ਵੋਟਾਂ ਪਈਆਂ ਹਨ, ਕੁਲਜੀਤ ਸਿੰਘ ਸਰਹਾਲ ਨੂੰ ਪਈਆਂ ਨੇ 2337, ਤਰਲੋਚਨ ਸਿੰਘ ਨੂੰ ਪਈਆਂ ਨੇ 2350, ਪੌਲ ਰਾਮ ਨੂੰ ਪਈਆਂ ਨੇ 42, ਮੋਹਨ ਲਾਲ ਬਹਿਰਾਮ ਨੂੰ ਪਈਆਂ ਨੇ 220, ਕ੍ਰਿਸ਼ਨ ਲਾਲ ਨੂੰ ਪਈਆਂ ਨੇ 46, ਮੱਖਣ ਸਿੰਘ ਤਾਨਪੁਰੀ ਨੂੰ ਪਈਆਂ ਨੇ, ਤਾਹਰਪੁਰੀ ਨੂੰ ਪਈਆਂ ਨੇ 73, ਮਨਜੀਤ ਸਿੰਘ ਭੰਗਲ ਨੂੰ ਪਈਆਂ ਨੇ 32, ਰਾਜਕੁਮਾਰ ਮਹਿਲ ਖੁਰਦ ਨੂੰ ਪਈਆਂ ਨੇ 220 ਵੋਟਾਂ। ਤਾਂ ਡਾਕਟਰ ਸੁੱਖੀ ਇੱਕ ਵਾਰ ਫਿਰ ਤੋਂ ਅੱਗੇ ਨੇ। ਪਿਛਲੀ ਵਾਰ ਵੀ ਉਹਨਾਂ ਨੂੰ 3000 ਪਲੱਸ ਵੋਟਾਂ ਪਈਆਂ ਨੇ, ਜਿਹੜੇ ਪਹਿਲੇ ਰਾਊਂਡ 'ਚ ਔਰ ਦੂਜੇ ਰਾਊਂਡ 'ਚ ਵੀ 3059 ਵੋਟਾਂ ਪਈਆਂ ਨੇ। ਤਾਂ ਕੁੱਲ ਮਿਲਾ ਕੇ ਉਹਨਾਂ ਨੂੰ ਜਿਹੜੀ ਲੀਡ ਹੈ ਡਾਕਟਰ ਸੁੱਖੀ ਨੂੰ 2 ਰਾਊਂਡਾਂ ਤੋਂ ਬਾਅਦ ਤਕਰੀਬਨ 1500 ਦੀ ਲੀਡ ਉਹਨਾਂ ਨੂੰ ਮਿਲ ਰਹੀ ਹੈ। ਤਾਂ ਡਾਕਟਰ ਸੁੱਖੀ ਜਿਹੜੇ ਨੇ ਬੰਗਿਆਂ ਤੋਂ ਦੂਜੇ ਰਾਊਂਡ ਵਿੱਚ ਵੀ ਅੱਗੇ ਨੇ। ਮੈਂ ਇੱਕ ਵਾਰੀ ਦੇਖਦਾ ਜੇ ਸਾਨੂੰ ਨਵਾਂ ਸ਼ਹਿਰ ਦੇ ਵੀ ਦੂਜੇ ਰਾਊਂਡ ਦਾ ਰਿਜ਼ਲਟ ਮਿਲ ਰਿਹਾ ਹੋਵੇ ਤਾਂ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿਆਂਗਾ ਬਹੁਤ ਜਲਦੀ। ਪਰ ਅੱਜ ਦੀ ਵੋਟਾਂ ਤੋਂ ਬਾਅਦ ਸਥਿਤੀ ਬੜੀ ਕਲੀਅਰ ਹੋ ਜਾਣੀ ਹੈ ਕਿ ਜਿਹਨੇ ਕੰਮ ਕਰਨਾ ਹੈ ਲੋਕਾਂ ਨੇ ਉਹਨੂੰ ਹੀ ਚਾਹਣਾ ਹੈ। ਹਾਲਾਂਕਿ ਲੋਕਾਂ ਨੇ ਘਰਾਂ ਦੇ ਉੱਤੇ ਵੱਖੋ ਵੱਖਰੀਆਂ ਝੰਡੀਆਂ ਲਾਈਆਂ ਹੋਈ ਸੀ, ਕਿਸੇ ਨੇ ਅਕਾਲੀਆਂ ਦੀ ਲਾਈ ਸੀ, ਗੁਆਂਢੀ ਨੇ ਕਾਂਗਰਸ ਦੀ ਲਾਈ ਸੀ, ਪਰ ਹਾਲ ਦੀ ਘੜੀ ਲੋਕ ਬੜੇ ਸਿਆਣੇ ਹੋ ਗਏ ਆ, ਲੋਕ ਕਿਸੇ ਲਈ ਲੜਦੇ ਨਹੀਂ ਆ। ਹਾਲਾਂਕਿ ਇਹ ਵੀ ਬੜਾ ਸੁਣਿਆ ਜਾ ਰਿਹਾ ਕਿ ਬਦਲਾਵ ਦੀ ਵੋਟ ਪਈ ਹੈ, ਉਹ ਕਿੰਨੀ ਕੁ ਨਜ਼ਰ ਆਉਂਦੀ ਹੈ ਬਾਕੀ ਸਾਰੇ ਰਾਊਂਡਾਂ ਤੋਂ ਬਾਅਦ ਕਲੀਅਰ ਹੋ ਜਾਏਗੀ। ਪਰ ਜਿਹੜੇ ਘਰ ਬੈਠੇ ਨੇ ਮੈਂ ਉਹਨਾਂ ਨੂੰ ਵੀ ਸਮਝਾਉਣਾ ਚਾਹੁੰਦਾ ਕਿ ਹਾਲ ਦੀ ਘੜੀ ਤੁਹਾਨੂੰ ਕਿਸੇ ਲਈ ਕੋਈ ਲੜਨ ਦੀ ਲੋੜ ਨਹੀਂ ਹੈ, ਤੁਹਾਨੂੰ ਕਿਸੇ ਨਾਲ ਕੋਈ ਰੇੜਕਾ ਪਾਉਣ ਦੀ ਲੋੜ ਨਹੀਂ, ਕਿਉਂਕਿ ਜਿਹਦੇ ਲਈ ਤੁਸੀਂ ਲੜਨਾ ਸ਼ਾਮ ਨੂੰ ਪਤਾ ਨਹੀਂ ਉਹਨੇ ਇਹ ਬਿਆਨ ਦੇ ਦੇਣਾ ਕਿ ਅਸੀਂ ਜਿਹੜਾ ਆ ਪਾਰਟਿਸਿਪੇਟ ਬੜਾ ਅੱਛਾ ਕੀਤਾ ਹੈ, ਪਰ ਸਾਨੂੰ ਪੰਜਾਬ ਦੇ ਹਿੱਤਾਂ ਲਈ ਗੱਠਜੋੜ ਕਰਨਾ ਪੈ ਰਿਹਾ। ਤੇ ਇਸ ਕਰਕੇ ਜਿਹਨਾਂ ਲਈ ਤੁਸੀਂ ਲੜਨਾ, ਜਿਹਨਾਂ ਨੇ ਤੁਸੀਂ 751 ਪਾ ਲੈਣੀ ਹੈ, ਪਤਾ ਨਹੀਂ ਸ਼ਾਮ ਨੂੰ ਉਹਨਾਂ ਨੇ ਇਕੱਠਿਆ ਹੋ ਕੇ ਇੱਕ ਦੂਜੇ ਦੇ ਮੂੰਹ 'ਚ ਲੱਡੂ ਪਾ ਦੇਣਾ। ਤਾਂ ਤੁਸੀਂ ਪਲੀਜ਼ ਜਾਬਤੇ ਵਿੱਚ ਰਹਿਣਾ, ਸਬਰ ਵਿੱਚ ਰਹਿਣਾ, ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ, ਕਿਉਂਕਿ ਵੋਟਾਂ ਕੋਈ ਕੁੰਭ ਦਾ ਮੇਲਾ ਨਹੀਂ ਹੈ ਕਿ 12 ਸਾਲ ਬਾਅਦ ਆਣੀ ਹੈ। ਇਹ ਫਿਰ ਥੋੜੀ ਦੇਰ ਬਾਅਦ ਸਰਪੰਚੀ ਦੀ ਇਲੈਕਸ਼ਨ ਆ ਜਾਣੀ ਹੈ, ਫਿਰ MP ਦੀ ਇਲੈਕਸ਼ਨ ਆ ਜਾਣੀ ਹੈ, ਫਿਰ ਆ ਜਾਣੀ ਹੈ। ਤਾਂ ਇਸ ਕਰਕੇ ਤੁਸੀਂ ਜਾਬਤੇ ਵਿੱਚ ਰਹਿਣਾ, ਸਬਰ ਵਿੱਚ ਰਹਿਣਾ। ਔਰ ਢੋਲ ਨਗਾੜੇ ਕਈ ਪਲਾਨ ਕਰ ਰਹੇ ਹੋਣੇ ਨੇ, ਔਰ ਮੇਰੇ ਤੋਂ ਸੁਣਨ ਵਿੱਚ ਇਹ ਵੀ ਆਇਆ ਕਿ ਲੁਧਿਆਣੇ ਵਿੱਚ ਕਈ ਕਿਲੋ ਦਾ ਲੱਡੂ ਜਿਹੜਾ ਆ ਉਹ ਤਿਆਰ ਕੀਤਾ ਗਿਆ ਕਿ ਜਿਹੜਾ CM ਬਣੇਗਾ ਉਹਦੇ ਤੱਕ ਪਹੁੰਚ ਕਰਨੀ ਹੈ। ਪਰ ਭਗਵੰਤ ਮਾਨ ਤੱਕ ਪਹੁੰਚ ਹੁੰਦੀ ਹੈ, ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਹੁੰਦੀ ਹੈ, ਕਿ ਚਰਨਜੀਤ ਸਿੰਘ ਚੰਨੀ ਤੱਕ ਪਹੁੰਚ ਹੁੰਦੀ ਹੈ। ਆਉਣ ਵਾਲਾ ਸਮਾਂ ਦੱਸੇਗਾ। ਹਾਲਾਂਕਿ ਬੜੀਆਂ ਚਰਚਾਵਾਂ ਚੱਲਦੀਆਂ ਨੇ ਵੀ ਜੇ ਥੋੜਾ ਇੱਧਰ ਆ ਜਾਓ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ। ਹਾਲਾਂਕਿ ਚੰਨੀ ਸਾਹਿਬ ਦੇ ਜਿਹੜੀ ਉਹਨਾਂ ਨੇ ਬੱਕਰੀ ਚੋਈ ਹੈ ਉੱਤੇ ਬੜੀਆਂ ਜਿਹੜੀਆਂ ਟਿੱਪਣੀਆਂ ਹੁੰਦੀਆਂ ਨੇ, ਪਰ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਉਸ ਬੱਕਰੀ ਦਾ ਤਾਂ ਸਗੋਂ ਰੇਟ ਵੱਧ ਗਿਆ, ਕਿਉਂਕਿ ਹੁਣ ਉਸ ਦਾ ਮਾਲਕ ਉਸ ਨੂੰ ਇਹ ਕਹਿ ਕੇ ਵੇਚੇਗਾ ਕਿ ਓਏ ਇਹ ਆਮ ਜੀ ਬੱਕਰੀ ਨਹੀਂ ਹੈ, ਇਹਨੂੰ ਤਾਂ CM ਚਾਹੁੰਦਾ। ਔਰ ਮੈਂ ਤਾਂ ਵੀ ਜੀ ਇੱਕ ਵਾਰੀ ਸਥਿਤੀ ਸੋਚ ਰਿਹਾ ਸੀ, ਮੰਨ ਲਓ ਉੱਥੇ ਕੈਮਰਾ ਲੈ ਕੇ ਤੁਸੀਂ ਖੜੇ ਹੋਵੋ, ਅਸੀਂ ਸ਼ੂਟ ਕਰ ਰਹੇ ਸੀਗੇ, ਐਗਜ਼ਾਮਪਲ ਦੇ ਰਿਹਾ, ਮੰਨ ਲਈਏ ਕਿ ਅਸੀਂ ਉੱਥੇ ਕੈਮਰਾ ਲੈ ਕੇ ਖੜੇ ਹਾਂ ਤੇ ਚੰਨੀ ਸਾਹਿਬ ਜਿਹੜੀ ਹੈ ਬੱਕਰੀ ਚੋ ਰਹੇ ਆ। ਮੰਨ ਲਓ ਤੁਹਾਡੇ ਘਰੋਂ ਫੋਨ ਆਇਦਾ ਕਿੱਥੇ ਆ, ਮੈਂ CM ਦੀ ਸ਼ੂਟ ਕਰਨ ਆਇਆ, CM ਦਾ ਸ਼ੂਟ ਲੈਣ ਆਇਆ। CM ਕੀ ਕਰਦਾ ਪਿਆ, ਕੋਈ ਸਾਈਨ ਕਰਦਾ? ਨਹੀਂ, CM ਸਾਹਿਬ ਬੱਕਰੀ ਚੋ ਰਹੇ ਆ। ਤਾਂ ਸਥਿਤੀ ਕਈ ਵੇਲੇ ਹਾਸੋਹੀਣੀ ਬਣ ਜਾਂਦੀ ਹੈ। ਔਰ ਮੈਂ ਇੱਕ ਵਾਰੀ ਜ਼ਰੂਰ ਚੈੱਕ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਸਾਡੇ ਕੋਲ ਜਿਹੜੀ ਰਿਪੋਰਟ ਹੈ ਮੈਂ ਚੈੱਕ ਕਰਦਾ ਜੇ ਆ ਗਈ ਹੋਵੇ। ਲੋ ਜੀ ਦੂਸਰਾ ਰਾਊਂਡ ਚੈੱਕ ਨੋਟ ਕਰੋ ਜੀ ਸਾਰੇ। ਜੀ ਦੂਜਾ ਰਾਊਂਡ ਤੁਹਾਨੂੰ ਸੁਣਾ ਦਿੰਦੇ ਆ ਜੀ ਸਪੀਕਰ ਦੇ ਦੁਆਰਾ। ਤਾਂ ਨਵਾਂ ਸ਼ਹਿਰ ਦੂਜਾ ਰਾਊਂਡ ਸਪੀਕਰ ਦੇ ਦੁਆਰਾ 1730 BSP 4717 BJP
171 ਇਹ ਹੋਰ ਤੱਕ ਦਾ ਜੋੜਾ ਸੈਕੰਡ ਰਾਉਂਡ ਪਹਿਲੇ ਰਾਉਂਡ ਪਾ ਕੇ ਸੈਕੰਡ ਰਾਉਂਡ ਆ ਜਾਂਦੇ ਇਹ ਦੂਸਰਾ ਰਾਉਂਡ ਪਹਿਲਾ ਰਾਉਂਡ ਪਾ ਕੇ ਦੂਸਰਾ ਰਾਉਂਡ ਵਿੱਚ ਹੀ ਹੈ ਪਹਿਲਾ ਔਰ ਦੂਜਾ ਭਾਈ ਲਿਸਟ ਆਈ ਆ ਟੋਟਲ ਹੁਣ ਤੱਕ ਜੋੜ ਹੈ ਜੀ ਇਹ ਲਗਾ ਤਾਂ ਹਾਲੇ ਅੰਦਰ ਇੱਕ ਕਨਫਿਊਜ਼ਨ ਚੱਲ ਰਹੀ ਹੈ ਕਿ ਦੋਨਾਂ ਦਾ ਟੋਟਲ ਸਮ ਟੋਟਲ ਕਰਕੇ ਦੱਸਿਆ ਜਾ ਰਿਹਾ ਹੈ। ਚਲੋ ਤੁਹਾਨੂੰ ਰਾਉਂਡ ਦਾ ਦੱਸੀਏ ਜੀ ਜੀ ਰਾਉਂਡ ਦਾ ਦੱਸ ਦਿਓ ਜੀ। ਤੁਹਾਨੂੰ ਰਾਉਂਡ ਦਾ ਦੱਸ ਦੇਣਗੇ ਹਾਲਾਂਕਿ ਪਲੀਜ਼ ਜਿਹੜੇ ਵੀ ਘਰ ਬੈਠੇ ਦੇਖ ਰਹੇ ਨੇ ਬੇਨਤੀ ਹੈ ਕਿ ਕਾਲ ਨਾ ਕੀਤੀ ਜਾਵੇ। ਸੈਕੰਡ ਆਊਟ ਕਾਂਗਰਸ ਪਾਰਟੀ ਨੇ ਕੀ 677 ਬੀਐਸਪੀ 2825 ਭਾਰਤੀ ਜਨਤਾ ਪਾਰਟੀ 98 ਆਮ ਆਦਮੀ ਪਾਰਟੀ 2304 ਨੈਸ਼ਨਲ ਜਸਟਿਸ ਪਾਰਟੀ 80 ਹਾਂਜੀ 80 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 353 ਅੱਗੇ ਜੈ ਜਵਾਨ ਜੈ ਕਿਸਾਨ ਪਾਰਟੀ 33 ਇੰਡੀਪੈਂਡੈਂਟ ਅੰਗਦ ਸਿੰਘ ਜੀ 1852 ਇੰਡੀਪੈਂਡੈਂਟ ਸੰਧੀ ਸਿੰਘ ਜੀ ਉਹ ਅੱਗੇ 32 ਅੱਗੇ ਗਿਆ ਸਰਦਾਰ ਕੁਲਦੀਪ ਸਿੰਘ ਬਜੀਦਪੁਰ ਜੀ 280 ਔਰ ਨੋਟਾ ਹੈਗੀ ਜਿਹੜੀ ਕਿ 52 ਜੀ। ਚਲੋ ਜੀ ਮੈਂ ਤੁਹਾਨੂੰ ਦੂਜੇ ਰਾਉਂਡ ਦੀ ਤੇ ਪਹਿਲੇ ਰਾਉਂਡ ਦੀ ਟੋਟਲ ਕਰਕੇ ਕਾਊਂਟਿੰਗ ਦੱਸਾਂ ਉਸ ਤੋਂ ਬਾਅਦ ਦੱਸਣਾ ਚਾਹਾਂਗਾ ਕਿ ਇਹ ਪੂਰੇ ਪੰਜਾਬ ਦੀ ਚਰਚਾ ਹੈ ਕਿ ਇਸ ਵਾਰੀ ਹਰ ਇੱਕ ਹਰਬਾ ਵਰਤਿਆ ਗਿਆ, ਹਰ ਇੱਕ ਤਰੀਕਾ ਵਰਤਿਆ ਗਿਆ, ਹਰ ਇੱਕ ਵਤੀਰਾ ਵਰਤਿਆ ਗਿਆ ਤਾਂ ਜੋ ਵੋਟਰਸ ਨੂੰ ਆਪਣੇ ਪ੍ਰਤੀ ਖਿੱਚਿਆ ਜਾਵੇ। ਪੈਸਾ ਪਾਣੀ ਵਾਂਗ ਬਹਾਇਆ ਗਿਆ ਤਾਂ ਕਿ ਵੋਟਰ ਨੂੰ ਥੋੜਾ ਆਕਰਸ਼ਿਤ ਕੀਤਾ ਜਾਵੇ। ਪਰ ਕੀ ਪੈਸਾ ਖਰਚਣ ਦਾ ਫਾਇਦਾ ਹੁੰਦਾ ਹੈ ਕਿ ਨਹੀਂ ਹੁੰਦਾ ਉਹ ਤੁਹਾਨੂੰ ਅਸੀਂ ਜਿਹੜਾ ਵੋਟਾਂ ਦਾ ਰਿਜ਼ਲਟ ਆ ਰਿਹਾ ਉਹ ਤੋਂ ਦੱਸ ਰਹੇ ਤੇ ਤੁਸੀਂ ਘਰ ਬੈਠੇ ਕੈਲਕੂਲੇਟ ਕਰ ਲੈਣਾ ਕਿ ਕੀ ਪੈਸਾ ਖਰਚਣ ਦਾ ਫਾਇਦਾ ਹੋਇਆ ਕਿ ਨਹੀਂ ਹੋਇਆ। ਹਾਲਾਂਕਿ ਕਈ ਕਿਆਸਰਾਈਆਂ ਇਹ ਵੀ ਨੇ ਕਿ ਜਿਨ੍ਹਾਂ ਬਾਰੇ ਲੋਕ ਸੋਚਦੇ ਆ ਕਿ ਬਿਲਕੁਲ ਨਹੀਂ ਜਿੱਤ ਸਕਦਾ, ਸ਼ਾਇਦ ਉਹੀ ਜਿੱਤ ਜਾਵੇ। ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਇਹਨੇ ਜਿੱਤ ਜਾਣਾ, ਇਹਦੀ ਜਿੱਤ ਪੱਕੀ ਹੈ, ਸ਼ਾਇਦ ਉਹ ਨਾ ਜਿੱਤੇ। ਤਾਂ ਇਸ ਦੇ ਉੱਤੇ ਜਿਹੜਾ ਦੂਜੇ ਰਾਉਂਡ ਦਾ ਰਿਜ਼ਲਟ ਹੈ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਪੇਸ਼। ਸਤਵੀਰ ਸਿੰਘ ਪੱਲੀ ਚਿੱਕੀ ਪਹਿਲੇ ਰਾਉਂਡ ਵਿੱਚ ਇਹਨਾਂ ਨੂੰ ਵੋਟਾਂ ਮਿਲੀਆਂ ਨੇ 1053 ਤੇ ਦੂਜੇ ਰਾਉਂਡ ਵਿੱਚ ਮਿਲੀਆਂ ਨੇ 677। ਟੋਟਲ ਹੈ ਜੀ 1730 ਵੋਟਾਂ। ਡਾਕਟਰ ਨਛੱਤਰਪਾਲ ਜੀ ਨੂੰ ਪਹਿਲੇ ਰਾਉਂਡ 'ਚ ਮਿਲੀਆਂ ਨੇ 1892 ਵੋਟਾਂ, ਦੂਜੇ ਰਾਉਂਡ 'ਚ 2825 ਵੋਟਾਂ, ਤਾਂ ਟੋਟਲ ਬਣਦਾ 4717 ਵੋਟਾਂ ਦਾ। ਭਾਰਤੀ ਜਨਤਾ ਪਾਰਟੀ ਤੋਂ ਪੂਨਮ ਮਾਣਿਕ ਨੂੰ ਪਹਿਲੇ ਰਾਉਂਡ 'ਚ ਮਿਲੀਆਂ ਨੇ 73 ਵੋਟਾਂ, ਦੂਜੇ ਰਾਉਂਡ 'ਚ 98 ਵੋਟਾਂ ਤੇ ਟੋਟਲ ਹੋ ਗਿਆ 171। ਔਰ ਉਸ ਤੋਂ ਬਾਅਦ ਲਲਿਤ ਮੋਹਨ ਪਾਠਕ ਬੱਲੂ ਜਿਹੜੇ ਕੰਪੀਟੀਸ਼ਨ ਵਿੱਚ ਦੂਜੇ ਨੰਬਰ ਤੇ ਨਜ਼ਰ ਆ ਰਹੇ ਨੇ ਹਾਲ ਦੀ ਘੜੀ। ਤਾਂ ਆਮ ਆਦਮੀ ਪਾਰਟੀ ਤੋਂ ਨੇ ਪਹਿਲੇ ਰਾਉਂਡ 'ਚ ਮਿਲੀਆਂ ਸੀ 1852 ਵੋਟਾਂ ਤੇ ਦੂਜੇ ਰਾਉਂਡ 'ਚ 2304, ਟੋਟਲ ਹੋ ਗਿਆ 4156। ਔਰ ਤਕਰੀਬਨ ਜਿਹੜਾ ਵਕਫਾ ਹੈ, ਹੁਣ ਜਿਹੜਾ ਫਰਕ ਹੈ ਡਾਕਟਰ ਨਛੱਤਰਪਾਲ ਜੀ ਤੋਂ 600 ਵੋਟਾਂ ਦਾ ਨਜ਼ਰ ਆ ਰਿਹਾ, 600 ਤੋਂ 500 ਵੋਟਾਂ ਦਾ ਨਜ਼ਰ ਆ ਰਿਹਾ ਕਿਉਂਕਿ ਬਹੁਤ ਇੰਸਟੈਂਟਲੀ ਮੈਂ ਤੁਹਾਡੇ ਤੱਕ ਪੇਸ਼ ਕਰ ਰਿਹਾ ਤਾਂ ਕੋਈ ਪ੍ਰਿਪਰੇਸ਼ਨ ਨਹੀਂ ਕਰ ਪਾ ਰਿਹਾ। ਔਰ ਸੁਰਿੰਦਰ ਸਿੰਘ ਜਿਹੜੇ ਨੇ ਨੈਸ਼ਨਲ ਜਸਟਿਸ ਪਾਰਟੀ ਤੋਂ ਨੇ ਉਹਨਾਂ ਨੂੰ ਪਹਿਲੇ ਰਾਉਂਡ 'ਚ ਮਿਲੀਆਂ ਸੀ 55 ਵੋਟਾਂ ਤੇ ਦੂਜੇ ਰਾਉਂਡ 'ਚ 80, ਟੋਟਲ ਹੋਇਆ 135। ਉਸ ਤੋਂ ਬਾਅਦ ਦਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੇ ਗਰੁੱਪ ਤੋਂ ਨੇ ਪਹਿਲੇ 'ਚ 303 ਵੋਟਾਂ ਤੇ ਦੂਜੇ 'ਚ 353, ਇਜ਼ਾਫਾ ਹੋਇਆ, ਵਧਿਆ 50 ਜਿਹੜੀਆਂ ਵੋਟਾਂ ਵਧੀਆਂ ਨੇ, ਟੋਟਲ ਹੈ ਜੀ 656। ਪਰਮਜੀਤ ਸਿੰਘ ਜੈ ਜਵਾਨ ਜੈ ਕਿਸਾਨ ਤੋਂ ਨੇ ਉਹਨਾਂ ਨੂੰ 25 ਪਿਛਲੇ ਰਾਉਂਡ 'ਚ 33, ਇਸ ਰਾਉਂਡ 'ਚ ਟੋਟਲ ਹੈ 58 ਦਾ। ਅੰਗਦ ਸਿੰਘ ਇੰਡੀਪੈਂਡੈਂਟ ਕੰਟੈਸਟੈਂਟ ਔਰ ਕੈਂਡੀਡੇਟ ਨੇ, ਇਹਨਾਂ ਤੋਂ ਬੜੀਆਂ ਉਮੀਦਾਂ ਲਗਾ ਰਹੇ ਸਨ ਇਹਨਾਂ ਦੇ ਸ਼ੁਭ ਚਿੰਤਕ। ਇਹਨਾਂ ਨੂੰ ਪਿਛਲੇ ਰਾਉਂਡ ਵਿੱਚ 1477 ਵੋਟਾਂ ਮਿਲੀਆਂ, ਦੂਜੇ ਰਾਉਂਡ ਵਿੱਚ 1852, ਟੋਟਲ ਹੋਇਆ 3329। ਲਗਭਗ 1300 ਵੋਟਾਂ ਪਿੱਛੇ ਚੱਲ ਰਹੇ ਨੇ ਡਾਕਟਰ ਨਛੱਤਰਪਾਲ ਤੋਂ। ਹਾਲਾਂਕਿ ਜਿਹੜੇ ਇਹਨਾਂ ਦੇ ਸ਼ੁਭ ਚਿੰਤਕ ਨੇ ਉਹ ਕੱਲ ਇਹ ਵੀ ਕਹਿੰਦੇ ਰਹੇ ਕਿ ਇਹਨਾਂ ਨੂੰ 40000 ਵੋਟਾਂ ਮਿਲਣਗੀਆਂ। ਹਾਲਾਂਕਿ ਮੇਰਾ ਮੰਨਣਾ ਹੈ ਕਿ ਜਿਹਨੂੰ 35000 ਵੀ ਵੋਟ ਮਿਲ ਗਈ ਉਹਦਾ ਵੀ ਦਾ ਲੱਗ ਜਾਣਾ, ਉਹਦੀ ਵੀ ਅੱਟੀ ਸੱਟੀ ਜਿਹੜੀ ਸਰਕਾਰ ਨਾਲ ਫਿਰ ਲੱਗ ਸਕਦੀ ਹੈ ਜਿੱਤ ਕੇ। ਪਰ ਅੰਗਦ ਸਿੰਘ ਨੂੰ ਹਾਲ ਦੀ ਘੜੀ 2 ਰਾਉਂਡਾਂ ਤੋਂ ਬਾਅਦ 3329 ਵੋਟਾਂ ਮਿਲੀਆਂ। ਜੀ ਸਰ ਕੀ ਕਹਿ ਰਹੇ ਹੋ? ਸਨੀ ਸਿੰਘ ਜਾਫਰਪੁਰ ਇਹ ਵੀ ਇੰਡੀਪੈਂਡੈਂਟ ਲੜੇ ਨੇ,
ਇਹਨਾਂ ਨੂੰ 28 ਵੋਟਾਂ ਪਿਛਲੇ ਰਾਊਂਡ ਵਿੱਚ, ਤੇ ਇਸ ਵਾਰ 4 ਵੋਟਾਂ ਵੱਧ ਗਈਆਂ, 32 ਵੋਟਾਂ ਮਿਲੀਆਂ ਨੇ। ਪੀਬੀ 32 ਵੀ ਹੈ ਤੇ ਇਹਨਾਂ ਨੂੰ ਵੀ 32 ਵੋਟਾਂ ਮਿਲੀਆਂ ਨੇ ਔਰ 60 ਵੋਟਾਂ ਟੋਟਲ ਹੋ ਗਈਆਂ ਨੇ। ਉਸ ਤੋਂ ਬਾਅਦ ਕੁਲਦੀਪ ਸਿੰਘ ਬਜੀਤਪੁਰ ਮੰਜੇ ਵਾਲੇ 744 ਵੋਟਾਂ ਪਿਛਲੇ ਰਾਊਂਡ ਵਿੱਚ, ਇਸ ਰਾਊਂਡ ਵਿੱਚ ਇਹਨਾਂ ਨੂੰ ਮਿਲੀਆਂ ਨੇ 280 ਵੋਟਾਂ, ਤਾਂ ਟੋਟਲ 1024। ਬਹੁਤ ਇਸ ਵਾਰ ਪਿਛੜ ਗਏ ਨੇ, ਪਿੱਛੇ ਰਹਿ ਗਏ ਨੇ। ਔਰ ਨੋਟਾ ਪਿਛਲੀ ਵਾਰ 42 ਸੀ, ਇਸ ਵਾਰ 52 ਹੈ। ਨੋਟਾ ਵੱਧ ਗਿਆ ਕਿ ਇਹਨਾਂ ਚੋਂ ਕੋਈ ਵੀ ਨਹੀਂ ਚਾਹੀਦਾ ਔਰ ਇਹ ਟੋਟਲ ਹੈ ਜੀ 94। ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲੇ ਨੰਬਰ ਤੇ ਜਿਹੜੀ ਵੋਟਾਂ ਦੀ ਕਾਊਂਟਿੰਗ ਆ ਉਹ ਬਿਆਨ ਕਰਦੀ ਹੈ, ਉਹ ਕਲੀਅਰ ਕਰਦੀ ਹੈ ਕਿ ਡਾਕਟਰ ਨਛੱਤਰਪਾਲ ਹਾਲ ਦੀ ਘੜੀ ਅੱਗੇ ਚੱਲ ਰਹੇ ਨੇ ਸਭ ਤੋਂ। 4717 ਵੋਟਾਂ 2 ਰਾਊਂਡ 'ਚ ਉਹਨਾਂ ਨੂੰ ਪੈ ਗਈਆਂ ਨੇ। ਦੂਜੇ ਤੇ ਚੱਲ ਰਹੇ ਨੇ ਲਲਿਤ ਮੋਹਨ ਪਾਠਕ, ਉਹਨਾਂ ਨੂੰ 4156 ਵੋਟਾਂ ਪੈ ਗਈਆਂ ਨੇ। ਤੀਜੇ ਤੇ ਨੇ ਅੰਗਦ ਸਿੰਘ 3329 ਵੋਟਾਂ। ਹਾਲਾਂਕਿ ਡਾਕਟਰ ਨਛੱਤਰਪਾਲ ਵੀ 4000 ਵੋਟਾਂ ਦਾ ਜਿਹੜਾ ਮਾਰਜਨ ਹੈ ਪਾਰ ਕਰ ਗਏ ਨੇ, 4000 ਵੋਟਾਂ ਜਿਹੜੀਆਂ ਉਹ ਪਾਰ ਕਰ ਗਏ ਨੇ, ਪਰ ਅੰਗਦ ਸਿੰਘ ਹਲੇ 3300 ਵੋਟਾਂ ਤੇ ਨੇ। ਔਰ ਅੰਗਦ ਸਿੰਘ ਦੇ ਜਿਹੜੇ ਸਪੋਰਟਰ ਨੇ ਉਹ ਕਹਿ ਰਹੇ ਸੀ ਕਿ ਮੁਕਾਬਲਾ ਡਾਕਟਰ ਨਛੱਤਰਪਾਲ ਤੇ ਅੰਗਦ ਸਿੰਘ ਵਿੱਚ ਹੈ, ਪਰ ਹਾਲ ਦੀ ਘੜੀ 2 ਰਾਊਂਡਾਂ ਤੋਂ ਬਾਅਦ ਇਹੀ ਲੱਗ ਰਿਹਾ ਹੈ ਮੁਕਾਬਲਾ ਡਾਕਟਰ ਨਛੱਤਰਪਾਲ ਤੇ ਲਲਿਤ ਮੋਹਨ ਪਾਠਕ ਵਿਚਕਾਰ ਹੈ। ਔਰ ਡਾਕਟਰ ਨਛੱਤਰਪਾਲ ਸਵਾਈਪਲੀ ਅੱਗੇ ਚੱਲ ਰਹੇ ਨੇ। 4717 ਵੋਟਾਂ ਮਿਲੀਆਂ ਉਹਨਾਂ ਨੂੰ। ਪਿਛਲੀ ਵਾਰ ਸਿਰਫ 40 ਵੋਟਾਂ ਦਾ ਜਿਹੜਾ ਮਾਰਜਨ ਸੀਗਾ, ਪਰ ਇਸ ਵਾਰ ਲਗਭਗ ਜਿਹੜਾ 500 ਵੋਟਾਂ ਅੱਗੇ ਚੱਲ ਰਹੇ ਨੇ ਉਹ ਲਲਿਤ ਮੋਹਨ ਪਾਠਕ ਤੋਂ ਦੂਜੇ ਰਾਊਂਡ ਵਿੱਚ, ਔਰ ਅੰਗਦ ਸਿੰਘ ਤੋਂ ਤਕਰੀਬਨ 950 ਵੋਟਾਂ ਜਿਹੜੀਆਂ ਡਾਕਟਰ ਨਛੱਤਰਪਾਲ ਅੱਗੇ ਚੱਲ ਰਹੇ ਨੇ। ਔਰ ਮੈਂ ਇੱਕ ਵਾਰੀ ਫਿਰ ਤੋਂ ਜਿਹੜਾ ਬੰਗਿਆਂ ਦਾ ਤੁਹਾਨੂੰ ਬੰਗਿਆਂ ਦਾ ਕਲੀਅਰ ਕਰ ਦਿੰਦਾ ਮੈਂ, 1-2 ਸੈਕਿੰਡ ਦਾ ਪੌਜ਼ ਜ਼ਰੂਰ ਹੋਏਗਾ। ਜੀ ਸੈਕਿੰਡ ਆਊਟ ਆ ਦਿਓ। ਤਾਂ ਰਾਊਂਡ ਨੰਬਰ 2 ਬਲਾਚੌਰ ਦਾ ਮੈਂ ਤੁਹਾਨੂੰ ਦੱਸ ਰਿਹਾ। ਭਾਰਤੀ ਜਨਤਾ ਪਾਰਟੀ ਤੋਂ ਅਸ਼ੋਕ ਬਾਠ, ਇਹਨਾਂ ਨੂੰ ਪ੍ਰੀਵੀਅਸ ਰਾਊਂਡ ਵਿੱਚ ਮਿਲੀਆਂ ਸਨ 162 ਵੋਟਾਂ ਔਰ ਇਸ ਰਾਊਂਡ ਵਿੱਚ ਮਿਲੀਆਂ ਨੇ 208, ਤਾਂ ਟੋਟਲ ਹੋਇਆ ਜੀ 370। ਫਿਰ ਹੈ ਸੰਤੋਸ਼ ਕੁਮਾਰੀ ਕਟਾਰੀਆ ਜੀ, ਲਾਸਟ ਰਾਊਂਡ ਵਿੱਚ ਇਹਨਾਂ ਨੂੰ ਮਿਲੀਆਂ ਸੀ 3402 ਵੋਟਾਂ, ਇਸ ਵਾਰ 25-25 ਹੋ ਗਿਆ ਜੀ, 2525 ਵੋਟਾਂ 25-25, ਤੇ ਟੋਟਲ ਹੋਇਆ ਜੀ 5927। ਔਰ ਉਸ ਤੋਂ ਅੱਗੇ ਹੈ ਸੁਨੀਤਾ ਰਾਣੀ ਸ਼੍ਰੋਮਣੀ ਅਕਾਲੀ ਦਲ ਤੋਂ, 2613 ਵੋਟਾਂ ਇਹਨਾਂ ਨੂੰ ਪਿਛਲੇ ਰਾਊਂਡ 'ਚ ਪਈਆਂ ਸੀ, ਇਸ ਰਾਊਂਡ ਵਿੱਚ 2807 ਵੋਟਾਂ ਮਿਲੀਆਂ ਨੇ ਤੇ ਟੋਟਲ ਹੋਇਆ ਜੀ 5420। ਮਤਲਬ ਪਹਿਲੇ ਨੰਬਰ ਤੇ ਇੱਥੋਂ ਆ ਰਹੇ ਨੇ 2 ਰਾਊਂਡਾਂ ਤੋਂ ਬਾਅਦ ਸੰਤੋਸ਼ ਕੁਮਾਰੀ ਕਟਾਰੀਆ ਜੀ, ਤੇ ਦੂਜੇ ਨੰਬਰ ਤੇ ਨੇ ਸੁਨੀਤਾ ਰਾਣੀ, ਔਰ ਇਹਨਾਂ ਦਾ ਡਿਫਰੈਂਸ ਜਿਹੜਾ ਹੈ ਤਕਰੀਬਨ 500 ਵੋਟਾਂ ਦਾ। ਔਰ ਇਸ ਵਾਰ ਫੈਸਲਾ ਵੀ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 600-700 ਜਾਂ 1000-2000 ਵੋਟ ਤੋਂ ਹੀ ਜਿਹੜਾ ਫੈਸਲਾ ਹੋ ਜਾਣਾ, ਪਰ ਹਾਲ ਦੀ ਘੜੀ ਸੰਤੋਸ਼ ਕੁਮਾਰੀ ਕਟਾਰੀਆ ਜਿਹੜੇ ਉਹ ਤਕਰੀਬਨ 500 ਵੋਟਾਂ ਤੋਂ ਅੱਗੇ ਨੇ ਸੁਨੀਤਾ ਰਾਣੀ ਤੋਂ। ਦਰਸ਼ਨ ਲਾਲ MLA ਨੇ, ਪਰ ਪਿਛਲੇ ਰਾਊਂਡ ਵਿੱਚ 1648 ਵੋਟਾਂ ਪਈਆਂ ਨੇ, ਇਸ ਰਾਊਂਡ ਵਿੱਚ 2012 ਵੋਟਾਂ ਪਈਆਂ ਨੇ, ਟੋਟਲ ਹੈ 3660। ਇਹ ਅਸੀਂ ਚੀਜ਼ਾਂ ਦੇਖ ਰਹੇ ਹਾਂ ਕਿ ਕਈ ਵੇਲੇ ਸੱਤਾ ਵਿਰੋਧੀ ਜਿਹੜੀ ਵੋਟ ਬਹੁਤ ਪੈਂਦੀ ਹੈ। ਅੰਗਦ ਸਿੰਘ ਵੀ ਪਿੱਛੇ ਚੱਲ ਰਹੇ ਨੇ ਔਰ ਬਲਾਚੌਰ ਤੋਂ ਦਰਸ਼ਨ ਲਾਲ ਮੰਗੂਪੁਰ ਵੀ ਪਿੱਛੇ ਚੱਲ ਰਹੇ ਨੇ। ਉਸ ਤੋਂ ਅੱਗੇ ਪ੍ਰੇਮ ਚੰਦ, ਇਹਨਾਂ ਨੂੰ ਪਿਛਲੇ ਰਾਊਂਡ ਵਿੱਚ 57 ਵੋਟਾਂ ਪਈਆਂ ਸੀ, ਇਸ ਰਾਊਂਡ ਵਿੱਚ 95, ਟੋਟਲ 152। ਉਸ ਤੋਂ ਬਾਅਦ 44 ਵੋਟਾਂ ਵਾਲੇ ਨੇ ਜੀ ਸਤਪਾਲ, ਟੋਟਲ 44 ਵੋਟਾਂ, 22 ਵੋਟਾਂ ਇਹਨਾਂ ਨੂੰ ਪਿਛਲੇ ਰਾਊਂਡ 'ਚ ਪਈਆਂ ਔਰ ਇਸ ਵਾਰ ਵੀ ਜਿਹੜੀ ਆਮ ਜਨਤਾ ਨੂੰ ਉਹਨਾਂ ਨੇ ਫਰਕ ਨਹੀਂ ਕੀਤਾ, ਸਿਰਫ 22 ਵੋਟਾਂ ਇਸ ਵਾਰ ਪਾਈਆਂ ਤੇ ਟੋਟਲ 44 ਹੋ ਗਿਆ, 22-22-44। ਔਰ ਦਲਜੀਤ ਸਿੰਘ ਬੈਂਸ ਨੇ ਇੰਡੀਪੈਂਡੈਂਟ ਨੇ, ਇਹਨਾਂ ਨੂੰ 46 ਵੋਟਾਂ ਪਿਛਲੇ ਰਾਊਂਡ 'ਚ ਪਈਆਂ ਔਰ ਇਸ ਰਾਊਂਡ 'ਚ 227, ਤਾਂ ਟੋਟਲ ਹੋ ਗਿਆ 273। ਔਰ ਨੋਟਾ ਦਾ ਬਟਨ ਲਾਸਟ ਰਾਊਂਡ ਵਿੱਚ 24 ਬੰਦਿਆਂ ਨੇ ਦਬਾਇਆ ਤੇ ਇਸ ਰਾਊਂਡ ਵਿੱਚ 61 ਬੰਦਿਆਂ ਦਾ ਟੋਟਲ 85 ਬੰਦਿਆਂ ਨੇ ਨੋਟਾ ਜਿਹੜਾ ਬਟਨ ਦਬਾਇਆ ਕਿ ਇਹਨਾਂ ਚੋਂ ਬਲਾਚੌਰ ਤੋਂ ਕਿ ਇਹਨਾਂ ਚੋਂ ਕੋਈ ਵੀ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਜਿਵੇਂ ਪਹਿਲਾਂ ਸ਼ੁਰੂਆਤੀ ਜਦੋਂ ਲਾਈਵ ਕੀਤਾ ਉਦੋਂ ਕਹਿ ਰਿਹਾ ਸੀ ਕਿ ਲੋਕੀ ਇਸ ਵਾਰ ਬੜੇ ਸਿਆਣੇ ਨੇ। ਹਾਲ ਦੀ ਘੜੀ ਪੰਜਾਬ ਵਿੱਚੋਂ ਤਕਰੀਬਨ ਇੱਕ ਰੋਪੜ ਤੋਂ ਅਸੀਂ ਕਿੱਸਾ ਸੁਣਿਆ ਸੀ ਤੇ ਇੱਕ ਕੇਸ ਲੁਧਿਆਣੇ ਤੋਂ ਸੁਣਿਆ ਸੀ ਜਿੱਥੇ ਸੁਣਿਆ ਸੀ ਕਿ ਥੋੜਾ ਲੜਾਈ ਝਗੜਾ ਹੋ ਗਿਆ ਸਿਮਰਜੀਤ ਸਿੰਘ ਬੈਂਸ ਹੋਣਾ ਦੇ ਏਰੀਏ ਵਿੱਚ, ਪਰ ਬਾਕੀ ਪੰਜਾਬ ਵਿੱਚ ਸਥਿਤੀ ਕੰਟਰੋਲ 'ਚ ਰਹੀ। ਨਵਾਂ ਸ਼ਹਿਰ ਵਿੱਚ ਵੀ ਕੰਟਰੋਲ 'ਚ ਰਹੀ। ਕਈ ਜਗ੍ਹਾ ਅਸੀਂ ਦੇਖਿਆ ਕਿ ਪਿੰਡ ਵਿੱਚ ਇੱਕੋ ਹੀ ਬੂਥ ਲੱਗਿਆ, ਕਈ ਜਗ੍ਹਾ ਦੇਖਿਆ ਕਿ ਇੱਕੋ ਬੋਰਡ ਦੇ ਥੱਲੇ ਬੂਥ ਲੱਗੇ ਸੀ ਸਾਰੇ, ਤਾਂ ਲੋਕਾਂ ਨੇ ਆਪਣਾ ਭਾਈਚਾਰਾ ਨਹੀਂ ਗਵਾਇਆ। ਬੇਨਤੀ ਫਿਰ ਤੋਂ ਇਹੀ ਹੈ ਕਿ ਭਾਈਚਾਰਾ ਬਿਲਕੁਲ ਵੀ ਉਸ ਨੂੰ ਤੁਸੀਂ ਠੇਸ ਨਹੀਂ ਪਹੁੰਚਾਉਣੀ, ਏਕਤਾ ਬਣਾਈ ਰੱਖਣੀ ਹੈ। ਢੋਲ ਜਿਹਦਾ ਮਰਜ਼ੀ ਵੱਜੇ ਤੁਸੀਂ ਭੰਗੜਾ ਪਾ ਲੈਣਾ, ਕਿਉਂਕਿ
ਇਹ ਬਿਲਕੁਲ ਨਹੀਂ ਪਤਾ ਲੱਗਦਾ ਤੁਸੀਂ ਕਿਸ ਨੂੰ ਵੋਟ ਪਾਈ ਕਿਸ ਨੂੰ ਨਹੀਂ ਪਾਈ। ਹਾਂ, ਹਾਲ ਦੀ ਘੜੀ ਇਹ ਵੀ ਚਰਚਾਵਾਂ ਨੇ ਕਿ ਲੋਕ ਕਹਿੰਦੇ ਕਿ ਲੱਗਦਾ ਸੀ ਕਿ ਜਿਹੜਾ ਬਿਲਕੁਲ ਨਹੀਂ ਜਿੱਤੇਗਾ ਹੋ ਸਕਦਾ 16ਵੇਂ ਰਾਊਂਡ ਵਿੱਚ ਜਾ ਕੇ ਉਹ ਜਿੱਤ ਜਾਵੇ, ਔਰ ਜਿੱਤੋਂ ਲੱਗਦਾ ਸੀ ਕਿ ਜਿੱਤਣਾ ਹੀ ਇਹਨੇ ਆ ਸ਼ਾਇਦ ਉਹ ਪਿੱਛੇ ਰਹਿ ਜਾਵੇ, ਕਿਉਂਕਿ ਹਾਲੇ ਸ਼ਹਿਰੀ ਖਿੱਤੇ ਆਉਣੇ ਬਾਕੀ ਆ, ਸ਼ਹਿਰੀ ਖਿੱਤੇ ਤੇ ਰਾਊਂਡ ਆਉਣਾ ਬਾਕੀ ਆ। ਪਰ ਬੇਨਤੀ ਫਿਰ ਤੋਂ ਇਹੀ ਹੈ ਕਿ ਇੱਕ ਵਾਰੀ ਜ਼ਰੂਰ ਵਿਚਾਰਿਓ, ਜ਼ਰੂਰ ਸੋਚਿਓ ਕਿ ਤੁਹਾਡੀ ਧੜਕਣ ਬੇਸ਼ੱਕ ਤੇਜ਼ ਹੋ ਰਹੀ ਹੈ, ਤਾਜ ਜਿਹਦੇ ਸਿਰ ਤੇ ਸਜਣਾ ਉਹਨੇ ਪਤਾ ਨਹੀਂ ਕੀ ਕਰਨਾ। ਤੁਸੀਂ ਇਸ ਕਰਕੇ ਕਿਸੇ ਲਈ ਬਿਲਕੁਲ ਨਹੀਂ ਲੜਨਾ, ਕੋਈ ਲੜਾਈ ਝਗੜਾ ਨਹੀਂ ਕਰਨਾ, ਕਿਸੇ ਨੂੰ ਕੋਈ ਚੁੱਭਵੀਂ ਗੱਲ ਨਹੀਂ ਕਹਿਣੀ, ਕਿਸੇ ਨਾਲ ਕੋਈ ਨਜਾਇਜ਼ ਚੁੰਝ ਚਰਚਾ ਨਹੀਂ ਕਰਨੀ, ਕਿਸੇ ਨੂੰ ਦੇਖ ਕੇ ਪੱਟ ਤੇ ਥਾਪੀਆਂ ਨਹੀਂ ਮਾਰਨੀਆਂ, ਕਿਉਂਕਿ ਜਦ ਤੁਸੀਂ ਨਜਾਇਜ਼ ਪਿੱਠ ਤੇ ਥਾਪੀਆਂ ਮਾਰਨੀਆਂ, ਪੱਟ ਤੇ ਥਾਪੀਆਂ ਮਾਰਨੀਆਂ ਤਾਂ ਅਗਲੇ ਦੇ ਵੀ ਅੰਦਰ ਜਿਹੜਾ ਧੁੜਕੂ ਹੁੰਦਾ ਉਹ ਤੇਜ਼ ਹੋ ਜਾਂਦਾ। ਤਾਂ ਆਪਸੀ ਭਾਈਚਾਰਾ ਬਰਕਰਾਰ ਰੱਖਣਾ, ਔਰ ਫਿਰ ਦੇਖਾਂਗੇ ਜਿੱਤਣ ਤੋਂ ਬਾਅਦ ਪੰਜਾਬ ਦੀ ਗੱਲ ਕੌਣ ਕਰਦਾ। ਔਰ ਮੈਂ ਤਾਂ ਇੱਕ ਬੇਨਤੀ ਵੀ ਕਰਨੀ ਚਾਹਾਂਗਾ ਕਿ ਤੁਸੀਂ ਕਮੈਂਟ ਕਰੋ ਕਿ ਜਿਹੜਾ ਜਿੱਤਦਾ ਇੱਕ ਵਾਰੀ ਇਹਨਾਂ ਦੀ 8 ਦਿਨ ਦੀ ਕਾਉਂਸਲਿੰਗ ਜ਼ਰੂਰ ਹੋਣੀ ਚਾਹੀਦੀ ਆ। ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਇਹਨਾਂ ਦੇ ਕੰਮ ਕੀ ਆ, ਸਿਰਫ ਗਲੀਆਂ ਨਾਲੀਆਂ ਜਾਂ ਸੀਵਰੇਜ ਪਾਉਣਾ ਇਹਨਾਂ ਦੇ ਕੰਮ ਨਹੀਂ ਆ। ਵਿਧਾਨ ਸਭਾ ਜਾ ਕੇ ਸਾਡੇ ਤੁਹਾਡੇ ਹੱਕਾਂ ਦੀ ਗੱਲ ਕਰਨ, ਰੋਜ਼ਗਾਰ ਮਿਲੇ, ਕਿਉਂਕਿ ਮੈਂ ਕੱਲ ਵੀ ਗੱਲ ਕੀਤੀ ਸੀ ਇੱਕ ਲਾਈਵ ਸੈਸ਼ਨ ਵਿੱਚ। ਤਾਂ ਬੰਗਿਆਂ ਦੀ ਡਿਮਾਂਡ ਜਿਹੜੀ ਹੈ ਫਿਰ ਤੋਂ ਆਈ ਹੈ, ਔਰ ਸੈਕੰਡ ਰਾਊਂਡ, ਕਿਉਂਕਿ ਤਸਵੀਰਾਂ ਬੜੀਆਂ ਛੋਟੀਆਂ ਪਹੁੰਚ ਰਹੀਆਂ ਨੇ। 1-2 ਸੈਕਿੰਡ ਦਾ ਮੈਂ ਪੌਜ਼ ਜ਼ਰੂਰ ਲੈਣਾ ਚਾਹਾਂਗਾ। ਪਿੱਛੇ ਚੱਲ ਗਈ ਉੱਪਰ ਆ ਗਈ। ਤਾਂ ਰਾਊਂਡ ਨੰਬਰ 2 ਬੰਗਿਆਂ ਦਾ ਮੈਂ ਤੁਹਾਡੇ ਸਾਹਮਣੇ ਮੁੱਖ ਕਰਨ ਜਾ ਰਿਹਾ ਵੀ ਜੇ ਥੋੜਾ ਸ਼ਾਮੇ ਆ ਜਾਈਏ ਅਸੀਂ, ਕਿਉਂਕਿ ਲਾਈਟ ਦੀ ਬੜੀ ਟਰਬਲ ਆ ਰਹੀ ਹੈ ਜਦੋਂ ਬਿਲਕੁਲ ਆਪਾਂ ਸਨਸ਼ਾਈਨ ਥੱਲੇ ਆਉਂਦੇ ਹਾਂ, ਔਰ ਸੂਰਜ ਦੀ ਟਿੱਕੀ ਇਸ ਸਮੇਂ ਥੋੜੀ ਰਹਿਮਤ ਕਰਦੀ ਨਜ਼ਰ ਆ ਰਹੀ ਹੈ। ਪਰ ਮੈਨੂੰ ਲੱਗਦਾ ਕਿ 10 ਕੁ ਵਜੇ ਤੋਂ ਬਾਅਦ ਥੋੜਾ ਜਿਹਾ ਫਿਰ ਵੀ ਰਿਲੀਫ ਹੈ ਆਮ ਦਿਨਾਂ ਵਿੱਚ। ਤਾਂ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ, ਇਹਨਾਂ ਨੂੰ ਪਹਿਲੇ ਰਾਊਂਡ 'ਚ ਮਿਲੀਆਂ ਸੀ 3059 ਵੋਟਾਂ ਤੇ ਟੋਟਲ ਹੁਣ ਹੋ ਗਿਆ ਜੀ 6294। ਦੂਜੇ ਰਾਊਂਡ ਵਿੱਚ ਇਹਨਾਂ ਨੂੰ ਮਿਲੀਆਂ 3059 ਵੋਟਾਂ ਤੇ ਟੋਟਲ ਹੋ ਗਿਆ 6294। ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ ਤੋਂ, ਇਹਨਾਂ ਨੂੰ ਇਸ ਰਾਊਂਡ 'ਚ ਮਿਲੀਆਂ ਨੇ 2337 ਵੋਟਾਂ ਤੇ ਟੋਟਲ ਹੋ ਗਿਆ 4259। ਤਕਰੀਬਨ ਜਿਹੜਾ 2000 ਵੋਟਾਂ ਦਾ ਹੁਣ ਫਰਕ ਪੈ ਗਿਆ। ਡਾਕਟਰ ਸੁੱਖੀ ਉਹਨਾਂ ਦੀ ਵੇਵ ਹੀ ਇਹੋ ਜਿਹੀ ਸੀਗੀ, ਔਰ ਤਕਰੀਬਨ ਵੋਟਾਂ ਦੀ ਅਨਾਉਂਸਮੈਂਟ ਤੋਂ ਪਹਿਲਾਂ ਵੀ ਉਹ ਆਪਣੇ ਜਿੰਨੇ ਵੀ ਹਲਕੇ ਦੇ ਪਿੰਡ ਸੀ ਉਹਨਾਂ ਵਿੱਚ ਵਿਚਰ ਚੁੱਕੇ ਸੀ, ਮਿਲ ਚੁੱਕੇ ਸੀ। ਮੈਨੂੰ ਯਾਦ ਹੈ ਵਿਜੇ ਜਦੋਂ ਸਾਡੇ ਗਾਣੇ ਦੀ ਸ਼ੂਟਿੰਗ ਸੀਗੀ ਜਨਵਰੀ ਮਹੀਨੇ, ਉਦੋਂ ਵੀ ਡਾਕਟਰ ਸੁੱਖੀ ਜਦੋਂ ਉੱਥੋਂ ਗੁਜ਼ਰ ਰਹੇ ਸੀ ਤਾਂ ਪਿੰਡਾਂ ਦੇ ਲੋਕ ਇਹ ਕਹਿ ਰਹੇ ਸੀ ਕਿ ਦੂਜੀ ਵਾਰ ਹੋ ਗਏ ਨੇ ਜੀ ਸਾਰੇ ਪਿੰਡਾਂ 'ਚੋਂ, ਔਰ ਇਸ ਵਾਰ ਇਹਨਾਂ ਦੀ ਵੇਵ ਫਿਰ ਤੋਂ। ਔਰ ਇਹ ਬਹੁਤ ਹੈਰਾਨੀਜਨਕ ਗੱਲ ਹੈ ਵਿਜੇ, ਸਮਝਣ ਵਾਲੀ ਗੱਲ ਹੈ ਕਿ ਡਾਕਟਰ ਸੁੱਖੀ ਹੁਣ MLA ਸੀਗੇ ਔਰ ਉਹਨਾਂ ਦੀ ਪਾਰਟੀ ਜਿਹੜੀ ਸੱਤਾ ਵਿੱਚ ਨਹੀਂ ਸੀ, ਫਿਰ ਵੀ ਉਸ ਤੋਂ ਬਾਅਦ ਇੱਦਾਂ ਲੀਡ ਮਿਲਣਾ ਇਹ ਦੱਸਦਾ ਕਿ ਡਾਕਟਰ ਸੁੱਖੀ ਨੇ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕੀਤਾ, ਬੜੀ ਵਫਾਦਾਰੀ ਨਾਲ ਕੀਤਾ। ਇਹ ਗੱਲ ਕਲੀਅਰ ਕਰਦਾ। ਔਰ ਤੁਸੀਂ ਸੱਤਾ ਵਿੱਚ ਨਹੀਂ ਹੋ, ਤੁਸੀਂ MLA ਹੋ ਪਰ ਤੁਹਾਡੀ ਪਾਰਟੀ ਸੱਤਾ ਵਿੱਚ ਨਹੀਂ ਹੈ, ਉਸ ਦੇ ਬਾਵਜੂਦ ਜਦੋਂ ਤੁਸੀਂ ਦੂਜੀ ਵਾਰ ਕੰਟੈਸਟ ਲੜਦੇ ਹੋ ਤੁਹਾਨੂੰ ਦੂਜੇ ਰਾਊਂਡ 'ਚ ਵੀ ਲੀਡ ਮਿਲੇ, ਇਹ ਦੱਸਦਾ ਕਿ ਤੁਸੀਂ ਲੋਕਾਂ ਦੀ ਗੱਲ ਸੁਣੀ ਹੈ। ਇੱਕੋ ਟੇਬਲ ਤੇ ਰਹੋ ਜੀ, ਇੱਕੋ ਟੇਬਲ ਤੇ। ਇਹ ਦੱਸਦਾ ਕਿ ਤੁਸੀਂ ਲੋਕਾਂ ਦੀ ਗੱਲ ਸੁਣੀ ਹੈ, ਲੋਕਾਂ ਵਿੱਚ ਵਿਚਰੇ ਹੋ, ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਔਰ ਦੋਨਾਂ ਰਾਊਂਡਾਂ ਤੋਂ ਬਾਅਦ ਬੰਗਿਆਂ ਔਰ ਨਵਾਂ ਸ਼ਹਿਰ ਵਿੱਚ ਡਾਕਟਰ ਅੱਗੇ ਨੇ, ਤਾਂ ਰਲ ਕੇ ਸਿਸਟਮ ਕਿੰਨਾ ਸੁਧਾਰਨਗੇ ਇਹ ਆਉਣ ਵਾਲਾ ਸਮਾਂ ਦੱਸੇਗਾ। ਮੈਂ ਅਗਲੀ ਗੱਲ ਕਰਦਾ ਜੀ ਤਰਲੋਚਨ ਸਿੰਘ, ਇਹਨਾਂ ਨੂੰ ਇਸ ਰਾਊਂਡ ਵਿੱਚ ਮਿਲੀਆਂ ਨੇ 2350 ਵੋਟਾਂ ਤੇ ਟੋਟਲ ਹੋ ਗਿਆ ਜੀ 4823। ਪੌਲ ਰਾਮ ਨੂੰ ਮਿਲੀਆਂ ਨੇ 42 ਵੋਟਾਂ ਤੇ ਟੋਟਲ ਹੋ ਗਿਆ ਜੀ 142। ਤਾਂ ਇਟ ਮੀਨਸ ਪਹਿਲਾਂ 100 ਵੋਟਾਂ ਸੀ ਤਾਂ ਹੁਣ 42 ਵੋਟਾਂ ਮਿਲੀਆਂ ਨੇ 142। ਮੋਹਨ ਲਾਲ ਬਹਿਰਾਮ ਨੂੰ ਮਿਲੀਆਂ ਨੇ 220 ਤੇ ਟੋਟਲ ਹੋ ਗਿਆ 413। ਕ੍ਰਿਸ਼ਨ ਲਾਲ ਨੂੰ ਮਿਲੀਆਂ ਨੇ 46 ਟੋਟਲ ਹੋ ਗਿਆ 83। ਮੱਖਣ ਸਿੰਘ ਤਾਹਰਪੁਰੀ, ਮਰਹੂਮ ਮੱਖਣ ਸਿੰਘ ਤਾਹਰਪੁਰੀ ਨੂੰ ਮਿਲੀਆਂ ਨੇ 73 ਵੋਟਾਂ ਤੇ ਟੋਟਲ ਹੋ ਗਿਆ 124। ਮਨਜੀਤ ਸਿੰਘ ਭੰਗਲ ਇੰਡੀਪੈਂਡੈਂਟ ਲੜੇ ਨੇ, ਇਹਨਾਂ ਨੂੰ ਇਸ ਰਾਊਂਡ 'ਚ ਮਿਲੀਆਂ ਨੇ 32 ਤਾਂ ਟੋਟਲ ਹੋ ਗਿਆ 58। ਰਾਜ ਕੁਮਾਰ ਮਹਿਲ ਖੁਰਦ, ਇਹ ਪਹਿਲਾਂ ਚਾਹੁੰਦੇ ਸੀ ਕਿ ਇਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਮਿਲੇ, ਉਧਰੋਂ ਟਿਕਟ ਨਹੀਂ ਮਿਲੀ ਤਾਂ ਮੰਜੇ ਵੱਲੋਂ ਟਿਕਟ ਮਿਲੀ ਹੈ, ਬਟ ਬਹੁਤ ਪਿਛੜੇ ਨਜ਼ਰ ਆ ਰਹੇ ਨੇ। ਇਸ ਵਿੱਚ ਇਸ ਵਾਰ ਇਹਨਾਂ ਟੋਟਲ ਜਿਹੜੀ ਵੋਟ ਮਿਲੀ ਹੈ 220 ਤੇ ਟੋਟਲ ਹੋ ਗਿਆ 399, ਤਾਂ ਬਹੁਤ ਪਿੱਛੇ ਨੇ। ਹਾਲੇ ਤੱਕ 2 ਰਾਊਂਡਾਂ ਵਿੱਚ 400 ਵੋਟਾਂ ਵੀ ਨਹੀਂ ਪਈਆਂ, ਲੇਕਿਨ ਡਾਕਟਰ ਸੁੱਖੀ ਬਹੁਤ ਅੱਗੇ ਨੇ, 6294 ਵੋਟਾਂ ਹਨ। ਔਰ ਦੂਜੇ ਨੰਬਰ ਤੇ ਕੁਲਜੀਤ ਸਿੰਘ ਸਰਹਾਲ, ਦੂਜੇ ਨੰਬਰ ਤੇ ਤਰਲੋਚਨ ਸਿੰਘ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ
4823 ਵੋਟਾਂ ਨੇ ਤੇ ਤੀਜੇ ਨੰਬਰ ਤੇ ਕੁਲਜੀਤ ਸਿੰਘ ਸਰਹਾਲ ਨੇ ਆਪ ਤੋਂ, ਜਿਨ੍ਹਾਂ ਨੂੰ 4259 ਵੋਟਾਂ ਮਿਲੀਆਂ ਨੇ। ਮੈਨੂੰ ਯਾਦ ਆ ਰਿਹਾ ਵੀ ਜੀ ਉਹ ਸਮਾਂ ਜਿੱਦਣ ਭਗਵੰਤ ਮਾਨ ਆਏ ਸੀਗੇ ਤੇ ਬਹੁਤ ਸਾਰਾ ਇਕੱਠ ਸੀਗਾ ਬੰਗਿਆ, ਉਦੋਂ ਲੱਗ ਰਿਹਾ ਸੀ ਕਿ ਵੇ ਬਹੁਤ ਅੱਛੀ ਬਣ ਗਈ ਹੈ। ਪਰ ਹਾਲ ਦੀ ਘੜੀ ਕੁਲਜੀਤ ਸਿੰਘ ਸਰਹਾਲ ਜਿਹੜੇ ਨੇ ਉਹ ਤਕਰੀਬਨ 2000 ਪਲੱਸ ਵੋਟਾਂ ਪਿੱਛੇ ਨੇ ਡਾਕਟਰ ਸੁੱਖੀ ਤੋਂ। ਔਰ ਡਾਕਟਰ ਸੁੱਖੀ ਦਾ ਇੱਕ ਚਾਮ ਹੀ ਇਹੋ ਜਿਹਾ, ਇੱਕ ਔਰਾ ਹੀ ਇਹੋ ਜਿਹਾ। ਆਪਾਂ ਕਈ ਵਾਰ ਉਹਨਾਂ ਨੇ ਇੰਟਰਵਿਊ ਕੀਤੀ ਹੈ, ਜਦੋਂ ਜਾਣੇ ਤੁਹਾਨੂੰ ਬੜੇ ਪੋਲਾਈਟਲੀ ਮਿਲਦੇ ਨੇ, ਬੜੇ ਹਲੀਮੀ ਨਾਲ ਮਿਲਦੇ ਨੇ, ਬੰਦਾ ਉਹਨਾਂ ਵੱਲ ਖਿੱਚਿਆ ਜਾਂਦਾ। ਬਟ ਫਿਰ ਵੀ ਆਮ ਪਬਲਿਕ ਹੁਣ ਬੜੀ ਸਿਆਣੀਆਂ, ਹੁਣ ਨਹੀਂ ਸੋਚਦੀ ਕਿ ਯਾਰ ਵਿਚਾਰੇ ਨੂੰ ਵੋਟ ਪਾ ਦਿਓ, ਬਹੁਤ ਮਿਹਨਤ ਕਰਦਾ ਯਾਰ, ਇਹ ਵਿਚਾਰੇ ਦਾ ਕੀ ਬਣਨਾ ਜੇ ਐਮਐਲਏ ਰਿਹਾ। ਪਰ ਲੋਕ ਇਸ ਵਾਰ ਹੁਣ ਕੰਮ ਦੇਖਦੇ ਆ, ਲੋਕ ਇਸ ਵਾਰ ਕੰਮ ਤੇ ਵੋਟਾਂ ਪਾਉਂਦੇ ਨੇ। ਔਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਕਿ ਜਦੋਂ ਤੁਸੀਂ ਐਮਐਲਏ ਹੁੰਨੇ ਆ ਔਰ ਤੁਹਾਡੀ ਪਾਰਟੀ ਸੱਤਾ ਵਿੱਚ ਵੀ ਨਾ ਹੋਵੇ, ਉਸ ਤੋਂ ਬਾਅਦ ਜੇ ਤੁਸੀਂ ਫਿਰ ਤੋਂ ਲੜਦੇ ਹੋ ਤੇ ਤੁਹਾਨੂੰ ਜਿਹੜੀ ਲੀਡ ਮਿਲੇ, ਇਟ ਮੀਨਸ ਕਿ ਲੋਕ ਤੁਹਾਨੂੰ ਪਿਆਰ ਕਰਦੇ ਨੇ, ਤੁਸੀਂ ਕੋਈ ਕੰਮ ਕੀਤਾ। ਔਰ ਵਿਜੇ ਹੁਣ ਵੇਟ ਕਰਦੇ ਆ ਤੀਜੇ ਰਾਊਂਡ ਦੀ। ਤੀਜੇ ਰਾਊਂਡ ਦਾ ਰਿਜ਼ਲਟ ਆਉਣ ਤੇ ਫਿਰ ਲਾਈਵ ਕਰਾਂਗੇ। ਤੀਜੇ ਰਾਊਂਡ ਦਾ ਜਦੋਂ ਰਿਜ਼ਲਟ ਆਏਗਾ ਫਿਰ ਤੋਂ ਦੁਬਾਰਤੀ ਲਾਈਵ ਕਰਾਂਗੇ। ਔਰ ਤਕਰੀਬਨ ਜਿਹੜੇ 1200 ਲੋਕ ਘਰ ਬੈਠ ਕੇ ਦੇਖ ਰਹੇ ਨੇ ਸਾਨੂੰ, ਉਹਨਾਂ ਦਾ ਬਹੁਤ ਸ਼ੁਕਰੀਆ। ਸਾਡੀ ਫੈਮਿਲੀ ਦਿਨ ਬ ਦਿਨ ਵੱਡੀ ਹੁੰਦੀ ਜਾ ਰਹੀ ਹੈ ਤੇ ਮੈਂ ਮਾਫੀ ਚਾਹਾਂਗਾ ਕੱਲ ਜਿਹੜੀਆਂ ਸੈਂਕੜੇ ਕਾਲਾਂ ਨਹੀਂ ਚੱਕ ਸਕੇ ਤੇ ਜਿਨ੍ਹਾਂ ਵਿਅਕਤੀਆਂ ਨਾਲ ਗੱਲ ਕੀਤੀ ਸੀ ਉਹਨਾਂ ਦਾ ਪੱਖ ਜਿਹੜਾ ਅਸੀਂ ਲਿਆ। ਹਾਲਾਂਕਿ ਕਈਆਂ ਦੇ ਨੰਬਰ ਵੀ ਅਸੀਂ ਲਿਖੇ ਹੋਏ ਆ, ਜਿਨ੍ਹਾਂ ਨੇ ਕੱਲ ਕਿਹਾ ਸੀ ਕਿ ਇੰਨੀ ਲੀਡ ਮਿਲੇਗੀ। ਇੱਕ ਤਾਂ ਵੀਰ ਨੇ ਬਜੀਤਪੁਰ ਤੋਂ ਕਿਹਾ ਸੀਗਾ ਕਿ ਲਲਿਤ ਮੋਹਨ ਪਾਠਕ ਉਹਨਾਂ ਨੂੰ 21000 ਦੀ ਲੀਡ ਮਿਲੇਗੀ। ਉਸ ਤੋਂ ਬਾਅਦ ਤੁਰੰਤ ਹੀ ਦੂਜੀ ਕਾਲ ਆਈ ਸੀ ਜਿਸ ਤੋਂ ਪਤਾ ਚੱਲਿਆ ਸੀਗਾ ਕਿ ਲਲਿਤ ਮੋਹਨ ਪਾਠਕ ਦੇ ਸਮਰਥਕ ਇਹ ਕਹਿ ਰਹੇ ਨੇ ਕਿ ਜਿਹੜੀ ਲੀਡ ਹੈ ਉਹ ਲਲਿਤ ਮੋਹਨ ਪਾਠਕ ਨੂੰ ਮਿਲੇਗੀ, ਲਲਿਤ ਮੋਹਨ ਪਾਠਕ ਜਿੱਤਣਗੇ। ਪਰ ਮੇਰਾ ਮੰਨਣਾ ਇਹ ਹੈ ਕਿ ਜਿਹਨੂੰ 35000 ਵੋਟ ਵੀ ਮਿਲ ਜਾਂਦੀ ਹੈ ਦਾ ਉਹਦਾ ਲੱਗ ਜਾਣਾ। ਪਰ ਹੁਣ ਅਰਲੀਅਰ ਇਹ ਜਿਹੜਾ ਇਲੈਕਸ਼ਨਸ ਤੋਂ ਪਹਿਲਾਂ ਕਾਊਂਟਿੰਗ ਤੋਂ ਪਹਿਲਾਂ ਇਦਾਂ ਲੱਗਦਾ ਸੀ ਕਿ ਬੀਜੇਪੀ ਸ਼ਾਇਦ ਥੋੜਾ ਉੱਭਰ ਕੇ ਆਏਗੀ, ਪਰ ਬੀਜੇਪੀ ਬਹੁਤ ਪਿੱਛੇ ਨਜ਼ਰ ਆ ਰਹੀ ਹੈ। ਪਹਿਲਾਂ ਇਦਾਂ ਲੱਗਦਾ ਸੀ ਕਿ ਇੱਕ ਤਕਰੀਬਨ ਸ਼ਹਿਰੀ ਵੋਟ ਜਿਹੜੀ ਉਧਰ ਜਾਏਗੀ, ਪਰ ਹਾਲੇ ਸ਼ਹਿਰੀ ਵੋਟਾਂ ਦਾ ਆਉਣਾ ਬਾਕੀ ਹੈ। ਪਰ ਪਿੰਡਾਂ ਵਿੱਚੋਂ ਵੋਟ ਬਹੁਤ ਘੱਟ ਬੀਜੇਪੀ ਨੂੰ ਮਿਲੀ। ਉਹਦਾ ਕਾਰਨ ਉਹੀ ਹੈ ਕਿ ਕਿਸਾਨੀ ਅੰਦੋਲਨ ਹਾਲੇ ਲੋਕਾਂ ਦੇ ਜ਼ਿਹਨ ਚੋਂ ਨਹੀਂ ਗਿਆ। ਜਿਹੜਾ 1 ਸਾਲ ਕਿਸਾਨਾਂ ਨੂੰ ਦਿੱਲੀ ਧਰਨਿਆਂ ਤੇ ਬੈਠਣਾ ਪਿਆ, ਬਾਰਡਰਾਂ ਤੇ ਬੈਠਣਾ ਪਿਆ, 700 ਤੋਂ ਵਧੇਰੇ ਜਿਹੜੇ ਆਮ ਪਬਲਿਕ ਸ਼ਹੀਦ ਹੋਈ ਹੈ, ਉਹ ਹਾਲੇ ਰੋਸ ਜਿਹੜਾ ਹੈ ਉਹ ਪਿੰਡਾਂ ਵਿੱਚ ਨਜ਼ਰ ਆ ਰਿਹਾ। ਪਰ ਫਿਰ ਵੀ 73 ਵੋਟ ਪਈ ਹੈ ਪਹਿਲੇ ਰਾਊਂਡ ਵਿੱਚ, ਦੂਜੇ ਰਾਊਂਡ ਵਿੱਚ ਵੀ ਪਈ ਹੈ, ਤਾਂ ਇਹ ਥੋੜਾ ਕਿਤੇ ਜ਼ਾਹਰ ਕਰਦਾ ਹੈ ਕਿ ਹਾਲ ਦੀ ਘੜੀ ਵੋਟ ਜ਼ਰੂਰ ਪੈ ਰਹੀ ਹੈ। ਔਰ ਜੇ ਹੰਗ ਅਸੈਂਬਲੀ ਹੁੰਦੀ ਹੈ, ਜੇ ਹੰਗ ਅਸੈਂਬਲੀ ਹੁੰਦੀ ਹੈ ਤਾਂ ਬੀਜੇਪੀ ਦੇ ਹੱਥ ਵਿੱਚ ਲੱਡੂ ਆ ਜਾਣਾ। ਔਰ ਹੰਗ ਅਸੈਂਬਲੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਹੋਈ ਸੀ ਵੀਰੇ, ਮੈਂ ਪਹਿਲਾਂ ਉਹ ਡਿਟੇਲ ਦੇ ਦਿੰਦਾ। ਹੰਗ ਅਸੈਂਬਲੀ ਮੈਂ ਜਦੋਂ ਪ੍ਰਿਪੇਅਰ ਕਰ ਰਿਹਾ ਸੀਗਾ ਦੂਜੇ ਰਾਊਂਡ ਦੇ ਲਾਈਵ ਤੋਂ ਪਹਿਲਾਂ ਮੈਂ ਕਿਤੇ ਲਿਖਿਆ ਸੀ ਕਿ ਹੰਗ ਅਸੈਂਬਲੀ ਪਹਿਲੀ ਵਾਰ ਹੋਈ ਸੀ 1953 ਵਿੱਚ, ਤਕਰੀਬਨ 69 ਸਾਲ ਪਹਿਲਾਂ। 43 ਸੀਟਾਂ ਮਿਲੀਆਂ ਸੀ ਸ਼੍ਰੋਮਣੀ ਅਕਾਲੀ ਦਲ ਨੂੰ, 38 ਕਾਂਗਰਸ ਨੂੰ, 4 ਆਜ਼ਾਦ ਉਮੀਦਵਾਰਾਂ ਨੂੰ ਤੇ 17 ਹੋਰਾਂ ਨੂੰ ਮਿਲੀਆਂ ਸੀ। ਤੇ ਇਹ ਹੰਗ ਅਸੈਂਬਲੀ ਹੋਈ ਸੀਗੀ 1953 ਵਿੱਚ। ਔਰ ਉਮੀਦ ਕੀਤੀ ਜਾ ਰਹੀ ਹੈ, ਬੀਜੇਪੀ ਦੀ ਲਾਲਸਾ ਹੈ ਕਿ ਇਸ ਵਾਰ ਵੀ ਹੰਗ ਅਸੈਂਬਲੀ ਹੋ ਜਾਵੇ ਤੇ ਜਿਹੜਾ ਫਿਰ ਰਾਸ਼ਟਰਪਤੀ ਰਾਜ ਲੱਗ ਜਾਵੇ। ਪਰ ਇਹ ਦੇਖਣਾ ਬਣਦਾ ਕਿ ਬਣਦਾ ਕਿ ਨਹੀਂ। ਔਰ ਹਾਲ ਦੀ ਘੜੀ ਐਸਐਸਪੀ ਮੈਮ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ ਔਰ ਡੀਸੀ ਸਾਹਿਬ ਵੀ ਤੁਹਾਨੂੰ ਉਧਰ ਕਾਊਂਟਰ ਤੇ ਨਜ਼ਰ ਆਣਗੇ, ਜਾਇਜ਼ਾ ਲੈਣ ਆਏ ਨੇ। ਲੇਕਿਨ ਸ਼ੰਕਾ ਕਿਤੇ ਵੀ ਨਹੀਂ ਹੈ, ਬਹੁਤ ਅੱਛੇ ਪ੍ਰਬੰਧ ਨੇ, ਪੁਖਤਾ ਪ੍ਰਬੰਧ ਨੇ, ਬੜੀ ਨੈਤਿਕਤਾ ਦੇ ਨਾਲ ਪ੍ਰਬੰਧ ਕੀਤੇ ਗਏ ਨੇ। ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ। ਚੱਪੇ ਚੱਪੇ ਤੇ ਪੁਲਿਸ ਪ੍ਰਸ਼ਾਸਨ ਦੀ ਨਜ਼ਰ ਹੈ, ਸੁਰੱਖਿਆ ਬਲ ਮੌਜੂਦ ਹੈ। ਔਰ ਸਲਾਹ ਮਸ਼ਵਰਾ ਹੋ ਰਿਹਾ ਮੇਰੇ। ਬਿਲਕੁਲ ਵਿਜੇ ਇੱਧਰ ਦਿਖਾ ਦਿਓ ਨਾਲ, SHO ਬਖਸ਼ੀਸ਼ ਸਾਹਿਬ ਨੇ। ਔਰ ਹਮੇਸ਼ਾ ਜਦੋਂ ਇਹਨਾਂ ਨੂੰ ਮਿਲਦੇ ਆ ਕੁਛ ਨਾ ਕੁਝ ਚੰਗੀ ਗੱਲ ਸਿੱਖਣ ਨੂੰ ਮਿਲਦੀ ਹੈ। ਔਰ SHO ਬਖਸ਼ੀਸ਼ ਜੀ ਨਾਲ ਮੈਂ ਇੱਕ ਵਾਰੀ ਗੱਲਬਾਤ ਕੀਤੀ ਸੀ ਤਾਂ ਮੈਨੂੰ ਇਹਨਾਂ ਨੇ ਇੱਕ ਬੜਾ ਅੱਛੀ ਚੀਜ਼ ਸਿੱਖਣ ਨੂੰ ਇਹਨਾਂ ਤੋਂ ਮਿਲੀ ਸੀ ਕਿ ਕੋਈ ਵੀ ਚੀਜ਼ ਕਰਦੇ ਹੋ ਪਹਿਲਾਂ ਆਪਣੇ ਤਨ ਤੇ ਇਹ ਸਮਝੋ ਕਿ ਜੇ ਤੁਹਾਨੂੰ ਹੰਡਾਣੀ ਪਵੇ ਤਾਂ ਤੁਹਾਡੇ ਤੇ ਕਿਵੇਂ ਬੀਤੇਗੀ। ਤਾਂ ਦੋ ਪੱਖ ਹਮੇਸ਼ਾ ਹੀ ਲੈ ਕੇ ਚੱਲਣੇ ਚਾਹੀਦੇ ਆ ਜ਼ਿੰਦਗੀ ਵਿੱਚ। ਜੇ ਤੁਸੀਂ ਕਿਸੇ ਦੀ ਬਿਆਨੀ ਕਰ ਰਹੇ ਹੋ, ਕਿਸੇ ਦੇ ਮਨ ਦੀ ਸਥਿਤੀ ਨੂੰ ਬਿਆਨ ਕਰ ਰਹੇ ਹੋ, ਤਾਂ ਦੋਨੇ ਪੱਖਾਂ ਨੂੰ ਜ਼ਰੂਰ ਇੱਕ ਵਾਰੀ ਸੋਚਣਾ ਚਾਹੀਦਾ ਤਾਂ ਜੋ ਕਿਸੇ ਨਾਲ ਵੀ ਕਮੀ ਪੇਸ਼ੀ ਨਾ ਹੋਵੇ। एक 181 ਸੁਰੱਖਿਆ ਬਲ ਮੌਜੂਦ ਨੇ ਇੱਥੇ ਔਰ SSP ਸਾਹਿਬ ਤੇ DC ਸਾਹਿਬ ਇੱਥੋਂ ਜਾਇਜ਼ਾ ਲੈ ਕੇ ਗਏ ਨੇ। ਤਾਂ ਜਿੰਨੇ ਵੀ ਵੀਰ ਭੈਣ ਭਰਾ ਕਾਲ ਕਰਦੇ ਨੇ, ਮੇਰੀ ਬੇਨਤੀ ਹੈ ਜਦੋਂ ਲਾਈਵ ਚੱਲ ਰਿਹਾ ਉਦੋਂ ਕਾਲ ਨਾ ਕੀਤੀ ਜਾਵੇ ਤਾਂ ਸਾਨੂੰ ਥੋੜੀ ਆਸਾਨੀ ਰਹਿੰਦੀ ਹੈ।
ਸਾਨੂੰ ਥੋੜਾ ਈਜ਼ੀ ਫੀਲ ਹੁੰਦਾ ਹੈ। ਤੇ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਮੌਜੂਦ ਹੈ, ਕਈਆਂ ਨੇ ਤਾਂ ਬ੍ਰੇਕਫਾਸਟ ਵੀ ਨਹੀਂ ਕੀਤਾ ਹੋਇਆ ਔਰ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਆ, ਬਖੂਬੀ ਨਾਲ ਆਪਣੀ ਡਿਊਟੀ ਨਿਭਾ ਰਹੇ ਨੇ। ਵਿਜੇ ਦਿਖਾ ਦਿਓ। 681 ਸੁਰੱਖਿਆ ਬਲ ਮੌਜੂਦ ਨੇ ਇੱਥੇ। SSP ਸਾਹਿਬ ਹੁਣੇ ਜਾਇਜ਼ਾ ਲੈ ਕੇ ਗਏ ਨੇ, DC ਸਾਹਿਬ ਵੀ ਨਾਲ ਮੌਜੂਦ ਸਨ। ਦਿਖਾ ਦਿਓ ਵਿਜੇ ਉੱਪਰ D ਬਲਾਕ ਵੀ ਦਿਖਾ ਦਿਓ। ਕੋਈ ਵੀ ਅਜਿਹਾ ਕੋਨਾ ਨਹੀਂ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਨਹੀਂ ਹੈ, ਸੁਰੱਖਿਆ ਬਲਾਂ ਦੀ ਮੌਜੂਦਗੀ ਨਹੀਂ ਹੈ। ਔਰ ਅਸੀਂ ਵੇਟ ਕਰ ਰਹੇ ਹਾਂ ਤੀਜੇ ਰਾਊਂਡ ਦੀ। ਜਿੱਦਾਂ ਹੀ ਤੀਜਾ ਰਾਊਂਡ ਸਾਡੇ ਤੱਕ ਅੱਪੜਦਾ ਹੈ ਅਸੀਂ ਫਿਰ ਤੋਂ ਲਾਈਵ ਹੋਵਾਂਗੇ ਔਰ ਤੁਸੀਂ ਬਾਰ-ਬਾਰ ਜੁੜਦੇ ਹੋ, ਇਸ ਕਰਕੇ ਤੁਹਾਡੀ ਬਹੁਤ ਮਿਹਰਬਾਨੀ। ਬਹੁਤ ਮਸ਼ਕੂਰ ਹਾਂ ਤੁਹਾਡੇ ਕਿ ਸਾਡੇ ਜਦੋਂ ਹੀ ਅਸੀਂ ਲਾਈਵ ਦਾ ਤੁਹਾਡੇ ਤੱਕ ਨੋਟੀਫਿਕੇਸ਼ਨ ਆਉਂਦੀ ਹੈ ਤਦ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਵੀਰ ਭੈਣ ਭਰਾ ਜੁੜ ਜਾਂਦੇ ਆ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਣੇ ਰਹਿਣਾ P32 ਨਵਾਂ ਚੈਨਲ। ਬਹੁਤ ਜਲਦੀ ਫਿਰ ਤੋਂ ਹਾਜ਼ਰ ਹੁੰਦੇ ਆ ਜਿੱਦੇ ਤੀਜੇ ਰਾਊਂਡ ਦੀ ਰਿਪੋਰਟ ਮਿਲਦੀ ਆ। ਤਦ ਤੱਕ ਤੁਸੀਂ ਕਮੈਂਟ ਕਰਦੇ ਰਹੋ, ਅਸੀਂ ਤੁਹਾਡੇ ਕਮੈਂਟ ਪੜ੍ਹਦੇ ਰਹਾਂਗੇ ਤੇ ਕਮੈਂਟ ਦੀ ਜਿਹੜੀਆਂ ਤੁਸੀਂ ਟਿੱਪਣੀਆਂ ਵੀ ਕਰਦੇ ਹੋ ਉਹ ਵੀ ਕੋਸ਼ਿਸ਼ ਕਰਾਂਗੇ ਕਿ ਅਗਲੇ ਲਾਈਵ ਵਿੱਚ ਉਹ ਵੀ ਜ਼ਾਹਰ ਕਰੀਏ। ਬਹੁਤ ਬਹੁਤ ਸ਼ੁਕਰੀਆ।